ਮੈਨੂੰ ਇਹ ਸੀਗਾ ਕਿ ਮੇਰੀ 16 ਤਰੀਕ ਦੀ ਕੰਪੇਨ ਹੈ ਜਿਹੜੀ ਉਹ 22 ਦੀਪ ਸਿੱਧੂ ਦੇ ਨਾਲ ਹੋਏਗੀ। ਇੱਕ ਬੰਦਾ ਤੁਸੀਂ ਜਿਹਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਹੈ ਨਾ, ਐਂਡ ਉਹਦੀਆਂ ਗੱਲਾਂ ਸੁਣਿਆ ਹੁੰਦਾ ਨਾ ਚਾਹ ਬਹੁਤ ਜ਼ਿਆਦਾ ਵੀ ਮੈਂ ਉਹ ਬੰਦੇ ਨਾਲ ਕੰਪੇਨ ਕਰਨੀ ਹੈ, ਪਰ ਮੈਨੂੰ ਨਹੀਂ ਪਤਾ ਸੀ ਵੀ ਮੇਰੀ 16 ਤਰੀਕ ਦੀ ਕੰਪੇਨ ਇੱਦਾਂ ਦੀ ਹੋਏਗੀ। ਐਂਡ ਫਿਰ ਮੇਲ ਹੋਊਗਾ, ਪਰ ਇਹ ਨਹੀਂ ਪਤਾ ਸੀ ਮੇਰਾ ਕੱਲ ਉਹਨਾਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਮੇਲ ਹੋਏਗਾ ਔਰ ਉਹ ਮੇਲ ਇਸ ਤਰ੍ਹਾਂ ਦਾ ਹੋਏਗਾ। ਉੱਥੇ ਲੱਖਾਂ ਲੋਕ ਪਹੁੰਚੇ, ਪਰ ਮੈਨੂੰ ਇੱਕ ਗੱਲ ਦੀ ਨਾ ਖੁਸ਼ੀ ਹੋਈ ਇਹ ਚੀਜ਼ ਦੇਖ ਕੇ ਕਿ ਬਾਈ ਜਾਂਦਾ ਜਾਂਦਾ ਪੰਜਾਬੀਆਂ ਨੂੰ ਦੱਸ ਗਿਆ, ਸਾਡੀ ਕੌਮ ਨੂੰ ਜਗਾ ਗਿਆ। ਪਹਿਲਾਂ ਬੜੀਆਂ ਘਟਨਾਵਾਂ ਇੱਦਾਂ ਦੀਆਂ ਹੋਈਆਂ ਨੇ ਕਿ ਉਹ ਇੱਦਾਂ ਲਿਖਿਆ ਆ ਜਾਏਗਾ ਕਿ ਫੇਕ ਸੀਗੀ, ਅਫਵਾਹ ਉੱਡੀ ਸੀ, ਬਟ ਸਵੇਰ ਜਦੋਂ ਫਿਰ ਤੋਂ ਫੋਨ ਚਲਾਉਣੇ ਆ ਉਹ ਖਬਰ ਸੱਚ ਹੁੰਦੀ ਹੈ, ਟੁੱਟ ਜਾਂਦੇ ਆ ਅੰਦਰੋਂ। ਵਿਚਾਰਾਂ ਦੇ ਜ਼ਰੀਏ ਜੋ ਉਹਨਾਂ ਦੀ ਭੂਮਿਕਾ ਰਹੀ ਇਸ ਪੰਜਾਬ ਦੇ ਵਿੱਚ ਜਾਂ ਅੰਦੋਲਨ ਦੇ ਵਿੱਚ, ਸਾਡੀ ਕੌਮ ਨੂੰ ਸਾਡੇ ਕਿਸ ਤਰ੍ਹਾਂ ਦੀ ਸਾਡੀ ਕੌਮ ਹੈ, ਸਾਡੇ ਨੌਜਵਾਨਾਂ ਨੂੰ ਉਸ ਚੀਜ਼ ਬਾਰੇ ਜਾਣੂ ਕਰਵਾਇਆ। ਅਸੀਂ ਨਾ ਜਿਉਂਦੇ ਬੰਦੇ ਦੀ ਕਦਰ ਨਹੀਂ ਪਾਉਂਦੇ। ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ ਉੱਥੇ ਪਹੁੰਚੇ ਸੀ ਨਾ, ਬਾਈ ਦੀਪ ਸਿੱਧੂ ਨਾਰੇ ਲੱਗ ਰਹੇ ਸੀ, ਦੀਪ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ। ਸੱਚਮੁੱਚ ਉਸ ਵਿਅਕਤੀ ਦੀ ਸੋਚ ਤੇ ਹੁਣ ਪਹਿਰਾ ਦਿਓ। ਇੱਕ ਵਿਅਕਤੀ ਜੋ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਉਹ ਸਰਕਾਰਾਂ ਦੀ ਏਜੰਸੀਆਂ ਦੀ ਨਜ਼ਰ ਦੇ ਵਿੱਚ ਹਮੇਸ਼ਾ ਰੜਕੇਗਾ, ਕਿਉਂਕਿ ਸਾਡੇ ਸਾਰੀਆਂ ਸਰਕਾਰਾਂ ਮੈਂ ਕਹਾਂਗੀ ਸਾਡੇ ਪੰਜਾਬੀਆਂ ਤੋਂ ਡਰਦੀਆਂ ਨੇ। ਇਹਨਾਂ ਨੂੰ ਪਤਾ ਹੈ ਕਿ ਇਕਲੌਤੀ ਕੌਮ ਹੈ ਜਿਹੜੀ ਆਪਦੇ ਹੱਕਾਂ ਲਈ ਸਭ ਤੋਂ ਪਹਿਲਾਂ ਖੜੀ ਹੋਏਗੀ, ਲੜੇਗੀ ਤੇ ਆਪਦੇ ਹੱਕ ਲੈ ਕੇ ਰਹੇਗੀ। ਇਸ ਦੁਨੀਆ ਤੋਂ ਚਲੇ ਜਾਣਾ ਬੜੇ ਸਵਾਲ ਖੜੇ ਕਰਕੇ ਜਾਂਦਾ ਹੈ। ਐਕਸੀਡੈਂਟ ਜਾਂ ਕੋਈ ਸਾਜ਼ਿਸ਼, ਇਸ ਚੀਜ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਹ ਜਿਹੜੀਆਂ ਫਿਲਾਸਫੀ ਦੀਆਂ ਗੱਲਾਂ ਨੇ, ਅਸੀਂ ਆਪਦੇ ਆਪ ਨੂੰ ਮਹਾਨ ਕਹਿੰਦੇ ਆ ਜਾਂ ਜੋ ਵੀ ਹੈ ਨਾ, ਇਹ ਸਭ ਕੁਝ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਰਹਿ ਗਿਆ। ਜਦੋਂ ਅਸੀਂ ਆਪਦੇ ਬਾਰੇ ਦੱਸਣਾ ਹੋਵੇ ਤਾਂ ਅਸੀਂ ਬੜਾ ਵਧਾ ਚੜਾ ਕੇ ਦੱਸਦੇ, ਪਰ ਜਦੋਂ ਕੋਈ ਸਾਡੇ ਨਾਲਾ ਕੋਈ ਸਾਡੇ ਹੱਕਾਂ ਦੀ ਗੱਲ ਕਰਦਾ, ਅਸੀਂ ਸਭ ਤੋਂ ਪਹਿਲਾਂ ਉਹਦੀਆਂ ਲੱਤਾਂ ਖਿੱਚਦੇ ਹਾਂ। ਇੱਥੋਂ ਦੀਆਂ ਸਰਕਾਰਾਂ ਦੁਆਰਾ ਇੱਕ ਪਲਾਨ ਇਹ ਚੀਜ਼ ਹੈ ਕਿ ਇਸ ਪੰਜਾਬ ਦੀ ਧਰਤੀ ਨੂੰ, ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ, ਇਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਜੇ ਇਹ ਧਰਤੀ ਇਦਾਂ ਹੀ ਰਹੀ ਨਾ, ਇੱਥੇ ਯੋਧੇ ਜਾਂਦੇ ਰਹਿਣਗੇ। ਆਪਦੇ ਵੱਲੋਂ ਜੋ ਵੀਰ ਦਾ ਮਕਸਦ ਸੀਗਾ, ਉਹਨਾਂ ਦੀ ਵਿਸ਼ ਸੀਗੀ, ਉੱਤੇ ਪੂਰੀ ਕੋਸ਼ਿਸ਼ ਕਰਾਂਗੇ, 100% ਤੋਂ ਵੀ ਵੱਧ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੀ ਵਿਸ਼ ਪੂਰੀ ਕਰ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਬਹੁਤ ਵੱਡੀ ਲੀਡ ਦੇ ਨਾਲ ਉੱਥੋਂ ਜਿੱਤਣ। ਇਹੀ ਮੈਨੂੰ ਲੱਗਦਾ ਦੀਪ ਬਾਈ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ। ਅਸੀਂ ਪੰਜਾਬੀ ਲੋਕ ਤਾਂ ਸੋਚ ਰਹੇ ਹਾਂ ਸਾਡੇ ਕੋਲ ਇੱਥੇ ਰੁਜ਼ਗਾਰ ਨਹੀਂ ਹੈ, ਅਸੀਂ ਤਾਂ ਜਾ ਰਹੇ ਹਾਂ, ਬਟ ਇਹ ਬਹੁਤ ਵੱਡੀ ਪਲੈਨਿੰਗ ਦੇ ਨਾਲ ਹੋ ਰਿਹਾ। ਮਿੱਟੀ ਦੀ ਧਰਤ ਉੱਤੇ ਸੋਨੇ ਦੀ ਪੈੜ ਕਿਉਂ ਹੈ, ਲੱਗਦਾ ਹੈ ਕੋਈ ਸੋਹਣਾ ਇੱਧਰੋਂ ਗੁਜ਼ਰ ਗਿਆ ਹੈ। ਦੀਪ ਸਿੱਧੂ 15 ਤਰੀਕ ਨੂੰ ਸਾਨੂੰ ਅਲਵਿਦਾ ਆਗੇ ਅਤੇ ਉਹਨਾਂ ਦੀ ਸ਼ਖਸੀਅਤ ਸਾਡੇ ਦਿਲਾਂ ਤੇ ਹਮੇਸ਼ਾ ਕਾਇਮ ਰਹੇਗੀ। ਦੀਪ ਸਿੱਧੂ ਇੰਨੇ ਥੋੜ੍ਹੇ ਵਕਫੇ ਦੇ ਵਿੱਚ ਇੰਨੀ ਵੱਡੀ ਸ਼ਖਸੀਅਤ, ਇੰਨੀ ਵੱਡੀ ਪਹਿਚਾਣ ਆਪਣੀ ਬਣਾ ਗਏ ਕਿ ਜਦੋਂ ਉਹ ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਸਨ, ਉਸ ਸਮੇਂ ਸਾਰਾ ਪੰਜਾਬ, ਸਾਰਾ ਹਰਿਆਣਾ ਰੋ ਰਿਹਾ ਸੀ, ਸਭ ਦੇ ਕਾਲਜੇ ਵਲੂੰਦਰੇ ਗਏ ਸੀ। ਦੀਪ ਸਿੱਧੂ ਦੀ ਸ਼ਖਸੀਅਤ ਨੇ ਪੰਜਾਬ ਨੂੰ ਇੱਕ ਨਵੀਂ ਪਹਿਚਾਣ ਦਿੱਤੀ। ਸਾਡੇ ਨਾਲ ਇਸ ਵੇਲੇ ਨਵਜੋਤ ਕੌਰ ਲੰਬੀ ਨੇ ਅਤੇ ਨਵਜੋਤ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਦੀਪ ਸਿੱਧੂ ਦਾ ਇੰਨਾ ਵੱਡਾ ਘਾਟਾ ਜਿਹੜਾ ਸਾਡੇ ਪੰਜਾਬ ਨੂੰ ਪਿਆ ਹੈ, ਪੰਜਾਬੀ ਕੌਮ ਨੂੰ ਪਿਆ ਹੈ। ਨਵਜੋਤ ਕੌਰ ਲੰਬੀ ਅਤੇ ਦੀਪ ਸਿੱਧੂ ਧਰਨਿਆਂ ਦੇ ਵਿੱਚ ਵੀ ਇਕੱਠੇ ਜਾਂਦੇ ਰਹੇ ਅਤੇ ਜਿਹੜਾ ਕਿਸਾਨੀ ਅੰਦੋਲਨ ਸੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਦੀਪ ਸਿੱਧੂ ਦਾ ਰਿਹਾ। ਇਹ ਇੱਕ ਬਹੁਤ ਵੱਡਾ ਘਾਟਾ ਹੈ। ਨਵਜੋਤ, ਤੁਸੀਂ ਥੋੜ੍ਹੇ ਦਿਨ ਪਹਿਲਾਂ ਸਿਮਰਨਜੀਤ ਮਾਨ ਦੇ ਤੁਸੀਂ ਉੱਥੇ ਗਏ ਸੀਗੇ ਕਨਵੈਂਸਿੰਗ ਤੇ ਉਹ ਵੀ ਉੱਥੇ ਆਏ ਸੀਗੇ, ਦੀਪ ਸਿੱਧੂ ਵੀ ਆਏ ਸੀਗੇ। ਕੀ ਤੁਹਾਡਾ ਮਿਲਾਪ ਹੋਇਆ ਉੱਥੇ, ਤੁਸੀਂ ਉੱਥੇ ਉਹਨਾਂ ਨੂੰ ਮਿਲ ਸਕੇ? ਮੈਂ ਜਿਸ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਲਈ ਕੰਪੇਨ ਕਰਨ ਗਈ ਹਾਂ, ਦੀਪ ਸਿੱਧੂ ਬਾਈ ਜੀ ਉਸ ਤੋਂ ਪਹਿਲਾਂ ਕਰ ਰਹੇ ਸੀ, ਔਰ ਜੋ ਸਾਡੀ ਇਕੱਠਿਆਂ ਦੀ ਕੰਪੇਨ ਹੋਣੀ ਸੀਗੀ ਉਹ 16 ਤਰੀਕ ਦੀ ਸੀ।
ਕੱਲ੍ਹ ਦੇ ਦਿਨ ਦੀ। ਔਰ 15 ਤਰੀਕ ਨੂੰ ਅਸੀਂ ਜਦੋਂ ਆ ਰਹੇ ਹਾਂ ਤਾਂ ਮੈਂ ਮਾਨ ਸਾਹਿਬ ਦੇ ਦੋਤਾ ਦੇ ਨਾਲ ਮੇਰੀ ਗੱਲ ਹੋ ਰਹੀ ਸੀਗੀ ਕਿ ਕੰਪੇਨਿੰਗ ਦੇ ਬਾਰੇ, ਕਿ ਕੱਲ੍ਹ ਦੇ ਕੀ ਪਲਾਨ ਹੈ। ਉਹਨਾਂ ਨੇ ਸਾਰਾ ਮਤਲਬ ਦੱਸਿਆ। ਐਂਡ ਜਦੋਂ ਮੈਂ ਘਰੇ ਗਈ ਹਾਂ ਅਤੇ ਘਰੇ ਜਾ ਕੇ ਜਦੋਂ ਸੋਸ਼ਲ ਮੀਡੀਆ ਔਨ ਕੀਤਾ ਅਤੇ ਉਹ ਨਿਊਜ਼ ਸਭ ਦੇ ਸਾਹਮਣੇ ਹੈ ਨਾ, ਪਹਿਲਾਂ ਤਾਂ ਇਹ ਲੱਗਿਆ ਕਿ ਨਹੀਂ ਫੇਕ ਨਿਊਜ਼ ਹੈ, ਕਿਉਂਕਿ ਪਹਿਲਾਂ ਬੜੀਆਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ। ਸੋਚਿਆ ਨਹੀਂ ਬਸ ਨਹੀਂ ਦੇਖਦੇਗੇ, ਸਵੇਰੇ ਤੱਕ ਆ ਜਾਏਗੀ। ਫਿਰ ਦਿਲ ਜੇ ਦੇ ਵਿੱਚ ਇੱਦਾਂ ਰਿਹਾ ਕਿ ਨਹੀਂ ਕਨਫਰਮ ਹੋਵੇ ਹੈ ਨਾ, ਪਤਾ ਕੀਤਾ ਉਹ ਸੱਚ ਸੀਗੀ ਖਬਰ। ਪਰ ਫਿਰ ਵੀ ਕੁਛ ਵੀ ਬੋਲਣ ਦੀ ਜਾਂ ਕੁਛ ਵੀ ਲਿਖਣ ਦੀ ਹਿੰਮਤ ਨਹੀਂ ਹੋਈ, ਕਿਉਂਕਿ ਨਾ ਇੱਕ ਆਸ ਹੁੰਦੀ ਹੈ। ਪਹਿਲਾਂ ਬੜੀਆਂ ਘਟਨਾਵਾਂ ਇੱਦਾਂ ਦੀਆਂ ਹੋਈਆਂ ਨੇ ਕਿ ਉਹ ਇੱਦਾਂ ਲਿਖਿਆ ਆ ਜਾਏਗਾ ਕਿ ਇਹ ਫੇਕ ਸੀਗੀ, ਅਫਵਾਹ ਉੱਡੀ ਸੀ। ਬਟ ਸਵੇਰ ਜਦੋਂ ਫਿਰ ਤੋਂ ਫੋਨ ਚਲਾਉਣੇ ਆ, ਉਹ ਖਬਰ ਸੱਚ ਹੁੰਦੀ ਹੈ, ਟੁੱਟ ਜਾਂਦੇ ਆ ਅੰਦਰੋਂ। ਸਾਰੀ ਰਾਤ ਜੋ ਸੀਗੀ ਇੱਕ ਆਸ ਲੈ ਕੇ ਰੱਖੀ ਸੀ ਕਿ ਹਾਂ ਇੱਕ ਖਬਰ ਝੂਠੀ ਹੋਏਗੀ, ਪਰ ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਗੱਲਾਂ ਮਨ ਦੇ ਵਿੱਚ ਘੁੰਮਦੇ ਰਹੇ ਨੇ। ਉਹਨਾਂ ਦਾ ਚਿਹਰਾ, ਕਿ ਜਿਸ ਤਰ੍ਹਾਂ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਸਾਡੀ ਕੌਮ ਨੂੰ ਇਕੱਠਿਆਂ ਕੀਤਾ, ਜੋ ਅਸੀਂ ਕਹਿ ਦਿੰਦੇ ਹਾਂ ਨਾ ਕਿ ਅੱਜ ਅਸੀਂ ਪੰਜਾਬੀ ਆਪਦੀ ਅਣਖ ਨੂੰ ਭੁੱਲ ਗਏ, ਆਪਦੀ ਕੌਮ ਨੂੰ ਭੁੱਲ ਗਏ। ਉਹਨਾਂ ਨੇ ਆਪਣੇ ਵਿਚਾਰਾਂ ਦੇ ਜ਼ਰੀਏ, ਜੋ ਉਹਨਾਂ ਦੀ ਭੂਮਿਕਾ ਰਹੀ ਇਸ ਪੰਜਾਬ ਦੇ ਵਿੱਚ ਜਾਂ ਅੰਦੋਲਨ ਦੇ ਵਿੱਚ, ਸਾਡੀ ਕੌਮ ਨੂੰ, ਸਾਡੇ ਕਿਸ ਤਰ੍ਹਾਂ ਦੀ ਸਾਡੀ ਕੌਮ ਹੈ, ਸਾਡੇ ਨੌਜਵਾਨਾਂ ਨੂੰ ਉਸ ਚੀਜ਼ ਬਾਰੇ ਜਾਣੂ ਕਰਵਾਇਆ। ਐਂਡ ਤੁਸੀਂ ਦੇਖੋ ਬਹੁਤ ਥੋੜ੍ਹੇ ਸਮੇਂ ਦੇ ਵਿੱਚ, ਕਹਿੰਦੇ ਹੁੰਦੇ ਆ ਨਾ ਕਿ ਜਿਨ੍ਹਾਂ ਦੇ ਵਿੱਚ ਕਿਸੇ ਚੀਜ਼ ਦਾ ਜਨੂੰਨ ਹੁੰਦਾ ਹੈਗਾ, ਜੋ ਲੋਕ ਦੇਸ਼ ਲਈ, ਕੌਮ ਲਈ ਕੁਝ ਕਰਨਾ ਚਾਹੁੰਦੇ ਹੁੰਦੇ ਨੇ, ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਆ। ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੂੰ ਪੂਰਾ ਪੰਜਾਬ ਜਾਣਨ ਲੱਗ ਗਿਆ। ਵਕਾਲਤ ਤੋਂ ਹੋ, ਚਾਹੇ ਐਕਟਿੰਗ ਲੈਣ, ਚਾਹੇ ਉਸ ਤੋਂ ਬਾਅਦ ਸਾਡਾ ਅੰਦੋਲਨ ਰਿਹਾ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵਾਰਿਸ ਪੰਜਾਬ ਦੇ ਇੱਕ ਫਰੰਟ ਲੈ ਕੇ। ਔਰ ਉਹਦਾ ਮੋਟਿਵ ਕੀ ਸੀਗਾ? ਲੋਕਾਂ ਨੂੰ ਜਾਗਰੂਕ ਕਰਨਾ, ਸਾਡੀ ਕੌਮ ਦੇ ਪ੍ਰਤੀ ਜਾਗਰੂਕ ਕਰਨਾ। ਪਰ ਇੱਕ ਗੱਲ ਦੀ ਨਿਰਾਸ਼ਾ ਵੀ ਮੈਨੂੰ ਬਹੁਤ ਰਹੀ ਕਿ ਨਾ ਲੋਕ ਨਾ ਪੰਜਾਬੀਆਂ ਦੀ ਆਪਣੀ ਤਰਾਸਦੀ ਆ। ਆਪਾਂ ਕਿਸੇ ਨੂੰ ਜੱਜ ਕਰਨ ਲੱਗੇ ਮਿੰਟ ਸਕਿੰਟ ਲਾਉਣੇ ਆ। ਆਪਾਂ ਇਹ ਨਹੀਂ ਦੇਖਦੇ ਉਹ ਬੰਦਾ ਕੀ ਕਾਰਨਾਂ ਕਰਕੇ ਕਰ ਰਿਹਾ, ਉਹ ਪਿੱਛੋਂ ਨੇ ਕੀ ਕੁਛ ਚੱਲਿਆ, ਕਿਉਂ ਕਰ ਰਿਹਾ, ਅੱਗੇ ਉਹ ਕੀ ਕਰਨਾ ਚਾਹੁੰਦਾ, ਇਹ ਚੀਜ਼ ਦੇਖਦੇ ਨਹੀਂ। ਜਿਸ ਵਕਤ ਕਿਸਾਨੀ ਅੰਦੋਲਨ ਦੀ ਜੋ ਘਟਨਾ ਹੋਈ, 26 ਜਨਵਰੀ ਦੀ ਜੋ ਘਟਨਾ ਹੋਈ, ਅਸੀਂ ਪੰਜਾਬੀਆਂ ਨੇ ਹੀ ਸਾਡੇ ਪੰਜਾਬੀ ਭਰਾ 'ਤੇ ਬੜੀਆਂ ਤੁਹਮਤਾਂ ਲਾਈਆਂ, ਗੱਦਾਰ ਕਿਹਾ ਅਸੀਂ ਉਹਨੂੰ, ਮਤਲਬ ਬਹੁਤ ਕੁਛ ਬੋਲਿਆ ਗਿਆ, ਏਜੰਸੀਆਂ ਦਾ ਬੰਦਾ ਬੋਲਿਆ ਗਿਆ, ਬਿਲਕੁਲ ਆਪਾਂ ਸਭ ਨੂੰ ਪਤਾ ਹੈ। ਪਰ ਕੱਲ੍ਹ ਉਹ ਚੀਜ਼ਾਂ ਮਨ ਦੇ ਵਿੱਚ ਘੁੰਮਦੀਆਂ ਸੀ। ਜਦੋਂ ਅਸੀਂ ਗੱਦਾਰ ਕਹਿੰਦੇ ਸੀ ਤਾਂ ਫਿਰ ਅੱਜ ਅਚਨਚੇਤ ਐਡਾ ਵੱਡਾ ਬਦਲਾਅ ਕਿਉਂ ਆ ਗਿਆ? ਅਸੀਂ ਨਾ ਜਿਉਂਦੇ ਬੰਦੇ ਦੀ ਕਦਰ ਨਹੀਂ ਪਾਉਂਦੇਗੇ। ਸਰਦਾਰ ਸਿਮਰਨਜੀਤ ਸਿੰਘ ਮਾਨ 40 ਸਾਲਾਂ ਤੋਂ ਇਲੈਕਸ਼ਨ ਲੜ ਰਹੇ ਨੇ, ਅਸੀਂ ਉਹਨਾਂ ਨੂੰ ਨਹੀਂ ਜਿਤਾਇਆ। ਉਹ ਕੌਮ ਦੀ ਗੱਲ ਕਰਦੇ ਨੇ, ਉਹਨਾਂ ਦੇ ਵੀ ਤੁਸੀਂ ਵਿਚਾਰ ਸੁਣੋ, ਰੋਣਾ ਕਢਾ ਕੇ ਰੱਖ ਦਿੰਦੇ ਨੇ, ਅਸੀਂ ਨਹੀਂ ਜਿਤਾਉਂਦੇ। ਦੀਪ ਸਿੱਧੂ ਬਾਈ ਕਹਿੰਦਾ ਸੀ ਬਰਸ਼ੀਆਂ 'ਤੇ ਹੀ ਇਕੱਠ ਹੋਇਆ ਕਰਨਗੇ। ਉਹ ਗੱਲਾਂ ਸਾਬਤ ਹੋ ਰਹੀਆਂ ਨੇ, ਉਹ ਸਾਬਤ ਹੋਣ ਲੱਗ ਗਈਆਂ। ਇਹ ਸਾਡੇ ਪੰਜਾਬੀਆਂ ਲਈ ਮੈਂ ਕਹਾਂ ਨਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੋਏਗਾ ਜੇ ਅਸੀਂ ਹਲੇ ਵੀ ਆਪਦੇ ਵਜੂਦ ਨੂੰ ਨਾ ਸਮਝ ਸਕੇ, ਆਪਦੀ ਹੋਂਦ ਨੂੰ ਨਾ ਸਮਝ ਸਕੇ। ਔਰ ਸਭ ਤੋਂ ਵੱਡੀ ਗੱਲ ਹੈ, ਜੇ ਕੋਈ ਪੰਜਾਬ ਦਾ ਨੌਜਵਾਨ, ਕੋਈ ਸਿਰਕੱਢ ਨੌਜਵਾਨ ਜੇ ਕੁਝ ਕਰਨਾ ਚਾਹੁੰਦਾ ਤਾਂ ਉਹਨੂੰ ਸ਼ੱਕ ਦੀ ਨਿਗਾਹਾਂ ਨਾਲ ਦੇਖਿਆ ਜਾਂਦਾ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਜਿਹੜੇ ਸਾਡੇ ਆਈਡਲ ਰਹੇ ਨੇ, ਭਗਤ ਸਿੰਘ ਰਹੇ ਨੇ, ਜੇ ਉਹਨਾਂ ਦੀ ਫਿਲੋਸਫੀ ਨੂੰ ਫੋਲੋ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ, ਤਾਂ ਉਹਦੇ 'ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਜਿਸ ਤਰ੍ਹਾਂ ਦੀਪ ਸਿੱਧੂ 'ਤੇ ਲੱਗੇ। ਬਿਲਕੁਲ, ਇਹ ਜਿਹੜੀਆਂ ਫਿਲੋਸਫੀ ਦੀਆਂ ਗੱਲਾਂ ਨੇ, ਅਸੀਂ ਆਪਦੇ ਆਪ ਨੂੰ ਮਹਾਨ ਕਹਿਣੇ ਆ ਜਾਂ ਜੋ ਵੀ ਹੈ ਨਾ, ਇਹ ਸਭ ਕੁਛ ਮੈਨੂੰ ਲੱਗਦਾ ਸੋਸ਼ਲ ਮੀਡੀਆ 'ਤੇ ਰਹਿ ਗਿਆ। ਜਦੋਂ ਅਸੀਂ ਆਪਦੇ ਬਾਰੇ ਦੱਸਣਾ ਹੋਵੇ ਤਾਂ ਅਸੀਂ ਬੜਾ ਵਧਾ ਚੜ੍ਹਾ ਕੇ ਦੱਸਦੇ ਹਾਂ, ਪਰ ਜਦੋਂ ਕੋਈ ਸਾਡੇ ਨਾਲਾ, ਕੋਈ ਸਾਡੇ ਹੱਕਾਂ ਦੀ ਗੱਲ ਕਰਦਾ, ਅਸੀਂ ਸਭ ਤੋਂ ਪਹਿਲਾਂ ਉਹਦੀਆਂ ਲੱਤਾਂ ਖਿੱਚਦੇ ਹਾਂ। ਉਹ ਅੱਜ ਲਿਖ ਰਹੇ ਹਾਂ ਕਿ ਸਾਨੂੰ ਉਸ ਸਮੇਂ ਸਮਝਣਾ ਚਾਹੀਦਾ ਸੀ। ਪਰ ਮੇਰੀ ਦੀਪ ਸਿੱਧੂ ਬਾਈ ਨਾਲ ਜਦੋਂ ਜੇਲ੍ਹ ਦੇ ਵਿੱਚੋਂ ਆਏ, ਕਦੇ ਮੁਲਾਕਾਤ ਨਹੀਂ ਹੋ ਸਕੇਗੀ। ਜਦੋਂ ਜੇਲ੍ਹ ਦੇ ਵਿੱਚੋਂ ਆਏ ਸੀਗੇ ਉਸ ਘਟਨਾ ਤੋਂ ਬਾਅਦ ਮੇਰੀ ਬਾਈ ਨਾਲ ਗੱਲ ਹੋਈ, ਮੈਨੂੰ ਫੋਨ ਕਾਲ ਉਹਨਾਂ ਨੇ ਕੀਤੀ, ਕਹਿੰਦੇ ਵੀ ਮੈਂ ਜੋ ਲੋਕਾਂ ਨੇ ਮੇਰਾ ਸਾਥ ਦਿੱਤਾ ਇਸ ਸਮੇਂ ਦੇ ਵਿੱਚ, ਮੇਰੇ ਨਾਲ ਖੜੇ, ਮੈਂ ਸਭ ਨੂੰ ਜਾ ਕੇ ਮਿਲ ਰਿਹਾ। ਨਵਜੋਤ, ਮੈਂ ਤੁਹਾਨੂੰ ਵੀ ਮਿਲਣ ਆਉਣਾ ਹੈਗਾ। ਅਤੇ ਉਸ ਤੋਂ ਬਾਅਦ ਮੈਂ ਕਿਹਾ ਬਾਈ ਜੀ ਜ਼ਰੂਰ ਆਓ। ਐਂਡ ਚਲੋ ਨਹੀਂ ਆ ਸਕੇ, ਪਰਿਸਥਿਤੀਆਂ ਇੱਦਾਂ ਦੀਆਂ ਰਹੀਆਂ, ਕੁਛ ਬੰਦੇ ਦੇ ਰੁਝੇਵੇਂ ਹੁੰਦੇ। ਉਸ ਤੋਂ ਬਾਅਦ ਮੇਰੀ ਰੀਸੈਂਟਲੀ 3 ਕੁ ਮਹੀਨੇ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ, ਜਦੋਂ ਵਾਰਿਸ ਪੰਜਾਬ ਦੇ ਫਰੰਟ ਬਣਾਉਣ ਤੋਂ ਬਾਅਦ, ਕਿ ਮੈਂ ਇੱਕ ਏਜੰਡਾ ਲੈ ਕੇ ਚੱਲਿਆ, ਮੈਂ ਇੱਕ ਸੋਚ ਲੈ ਕੇ ਚੱਲਿਆ ਪੰਜਾਬ ਦੇ ਵਿੱਚ, ਕਿ ਸਾਡੀ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਹੈ। ਕਿਉਂਕਿ ਉਸ ਵਿਅਕਤੀ ਦੀ ਸੋਚ ਦੇਖੋ, ਉਹ ਰਾਜਨੀਤੀ ਦੇ ਵਿੱਚ ਬਦਲਾਅ ਲੈ ਕੇ ਆਉਣਾ ਚਾਹੁੰਦਾ ਸੀ। ਉਹਨੇ ਸਾਡੇ ਆਗੂ ਜੋ ਆਪਦੇ ਲੀਡਰਸ ਬਣਦੇ ਆ ਨਾ ਪੰਜਾਬ ਦੇ, ਉਹਨਾਂ ਨੂੰ ਪਛਾਣ ਲਿਆ ਸੀ ਕਿ ਕਿਹੜੇ ਲੋਕ ਪੰਜਾਬ ਦਾ ਭਲਾ ਚਾਹੁੰਦੇ ਆ, ਕਿ ਮੈਂ ਉਸ ਬਦਲਾਅ ਦੇ ਲਈ ਆ ਰਿਹਾ। ਅਤੇ ਉਹਨਾਂ ਨੇ ਮੈਨੂੰ ਕੁਛ ਕੁ ਪਲੈਨਿੰਗਸ ਵੀ ਮੇਰੇ ਨਾਲ ਸਾਂਝੀਆਂ ਕੀਤੀਆਂ। ਮੈਂ ਕਿਹਾ ਬਾਈ ਜੀ ਜਦੋਂ ਮਰਜ਼ੀ ਆਓ, ਹੈ ਨਾ, ਸੀ ਮੇਲ ਹੋਊਗਾ, ਪਰ ਇਹ ਨਹੀਂ ਪਤਾ ਸੀ ਮੇਰਾ ਕੱਲ੍ਹ ਉਹਨਾਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਮੇਲ ਹੋਏਗਾ, ਔਰ ਉਹ ਮੇਲ ਇਸ ਤਰ੍ਹਾਂ ਦਾ ਹੋਏਗਾ।
ਕਿੱਥੇ ਤਾਂ ਤੁਸੀਂ ਕਨਵੈਸਿੰਗ ਤੇ ਜਾਣਾ ਸੀਗਾ ਤੇ ਕਿੱਥੇ ਤੁਸੀਂ ਉਹਨਾਂ ਦੇ ਸੰਸਕਾਰ ਤੇ ਗਏ। ਮੈਨੂੰ ਬੜਾ ਇਸ ਤਰ੍ਹਾਂ ਲਾਈਫ ਕਿੰਨੀ ਅਨਪ੍ਰੈਡਿਕਟੇਬਲ ਹੈ। ਅਸੀਂ ਜਿਹੜੀ ਜ਼ਿੰਦਗੀ ਆ, ਅਸੀਂ ਉਹਨੂੰ ਪ੍ਰੈਡਿਕਸ਼ਨ ਹੀ ਨਹੀਂ ਹੈ ਕੋਈ ਉਹਦੀ। ਸਭ ਕੁਝ ਅਨਐਕਸਪੈਕਟਡ ਜੈਸੇ ਮੈਨੂੰ ਬੜਾ ਚਾਅ ਸੀਗਾ 15 ਤਰੀਕ ਨੂੰ ਕਿ ਮੇਰੀ 16 ਤੁਸੀਂ ਤਰੀਕ ਤਾਂ ਕੱਲ ਬਹੁਤ ਜ਼ਿਆਦਾ ਉਹ ਹੋ ਗਏ ਹੋਣਗੇ। ਮੈਂ ਦੱਸ ਰਹੀ ਹਾਂ ਨਾ ਕਿ ਮੈਨੂੰ ਇਹ ਸੀਗਾ ਕਿ ਮੇਰੀ 16 ਤਰੀਕ ਦੀ ਕੰਪੇਨ ਹੈ ਜਿਹੜੀ ਉਹ 22 ਦੀਪ ਸਿੱਧੂ ਦੇ ਨਾਲ ਹੋਏਗੀ। ਇੱਕ ਬੰਦਾ ਤੁਸੀਂ ਜਿਹਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਹਨਾ ਐਂਡ ਉਹਦੀਆਂ ਗੱਲਾਂ ਸੁਣਿਆ ਹੁੰਦਾ ਨਾ ਚਾਹ ਬਹੁਤ ਜ਼ਿਆਦਾ ਵੀ ਮੈਂ ਉਹ ਬੰਦੇ ਨਾਲ ਕੰਪੇਨ ਕਰਨੀ ਹੈ, ਪਰ ਮੈਨੂੰ ਨਹੀਂ ਪਤਾ ਸੀ ਵੀ ਮੇਰੀ 16 ਤਰੀਕ ਦੀ ਕੰਪੇਨ ਇਦਾਂ ਦੀ ਹੋਏਗੀ। ਐਂਡ ਫਿਰ ਉੱਥੇ ਲੱਖਾਂ ਲੋਕ ਪਹੁੰਚੇ, ਪਰ ਮੈਨੂੰ ਇੱਕ ਗੱਲ ਦੀ ਨਾ ਖੁਸ਼ੀ ਹੋਈ ਇਹ ਚੀਜ਼ ਦੇਖ ਕੇ ਕਿ ਬਾਈ ਜਾਂਦਾ ਜਾਂਦਾ ਪੰਜਾਬੀਆਂ ਨੂੰ ਦੱਸ ਗਿਆ, ਸਾਡੀ ਕੌਮ ਨੂੰ ਜਗਾ ਗਿਆ। ਇਹਨੂੰ ਹੀ ਕਹਿੰਦੇ ਆ ਮਰਨਾ। ਇਹਨੂੰ ਦੇਖੋ, ਮਰਨਾ ਹਰੇਕ ਇਨਸਾਨ ਨੇ। ਉਹਨਾਂ ਦੀ ਬੇਵਕਤੀ ਮੌਤ, ਬਹੁਤ ਛੋਟੀ ਉਮਰ, ਹਜੇ ਤਾਂ ਬਹੁਤ ਕੁਝ ਕਰਨਾ ਸੀ, ਹਜੇ ਤਾਂ ਸਟਾਰਟਿੰਗ ਸੀ ਦੀਪ ਸਿੱਧੂ ਦੀ। ਪਹਿਲਾਂ ਉਹਨਾਂ ਨੂੰ ਲੋਕ ਐਜ਼ ਐਕਟਰ ਜਾਣਦੇ ਸੀ, ਐਜ਼ ਲਾਇਰ ਜਾਣਦੇ ਸੀ, ਪਰ ਕਿਵੇਂ ਇੱਕ ਛੋਟੇ ਜਿਹੇ ਪਿੰਡ ਤੋਂ ਉਹਨਾਂ ਨੇ ਉੱਠ ਕੇ ਆਪਣੀ ਪਹਿਚਾਣ ਬਣਾਈ ਔਰ ਕਿੰਨਾ ਉਹ ਜਜ਼ਬਾ ਰੱਖਦੇ ਸੀਗੇ, ਕਿੰਨਾ ਵੱਡਾ ਜਿਗਰਾ ਰੱਖਦੇ ਸੀ। ਮਤਲਬ ਹੀ ਵਾਸ ਅ ਫੀਅਰਲੈਸ ਮੈਨ। ਮੈਂ ਉਹਨਾਂ ਨੂੰ ਮਿਲੀ, ਆਈ ਇੰਟਰਵਿਊਡ ਹਿਮ ਔਰ ਮੈਂ ਇਹ ਚੀਜ਼ ਦੇਖੀ ਨਵਜੋਤ ਕਿ ਉਹ ਬੰਦਾ ਇੰਨਾ ਐਂਬੀਸ਼ੀਅਸ, ਇੰਨਾ ਫੀਅਰਲੈਸ, ਉਹਨੂੰ ਸੀ ਨਹੀਂ ਵੀ ਮੈਂ ਕਿਤੇ ਵੀ ਮੈਨੂੰ ਕੋਈ ਖੜਾ ਲੇ। ਜੀ ਮੈਂ ਉਹੀ ਗੱਲ ਕਹਿ ਰਹੀ ਨਾ ਕਿ ਕੱਲ ਜਾਂਦਾ ਜਾਂਦਾ ਬਾਈ ਦੱਸ ਗਿਆ, ਮੈਨੂੰ ਖੁਸ਼ੀ ਹੋਈ ਕਿ ਹਾਂ ਹਲੇ ਸਾਡੀ ਕੌਮ 'ਚ ਬਹੁਤ ਅਜਿਹੇ ਲੋਕ ਨੇ ਜਿਹੜੇ ਆਪਦੇ ਹੱਕਾਂ ਲਈ ਲੜਨਾ ਜਾਣਦੇ ਆ। ਐਂਡ ਮੈਂ ਸਭ ਨੂੰ ਉਹਨਾਂ ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ ਉੱਥੇ ਪਹੁੰਚੇ ਸੀ ਨਾ, ਬਾਈ ਦੀਪ ਸਿੱਧੂ ਨਾਅਰੇ ਲੱਗ ਰਹੇ ਸੀ, ਦੀਪ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ। ਸੱਚਮੁੱਚ ਉਸ ਵਿਅਕਤੀ ਦੀ ਸੋਚ ਤੇ ਹੁਣ ਪਹਿਰਾ ਦਿਓ। ਇਹ ਨਹੀਂ ਹੈ ਕਿ ਇੱਕ ਦਿਨ ਨਾਅਰੇ ਲਾ ਲਏ, ਇੱਕ ਦਿਨ ਸਟੇਟਸ ਪਾ ਲਿਆ। ਜੇ ਬਾਈ ਦੇ ਪ੍ਰਤੀ ਦਿਲ 'ਚ ਰਿਸਪੈਕਟ ਹੈ ਨਾ, ਤਾਂ ਜੋ ਚੀਜ਼ ਬਾਈ ਸੋਚਦਾ ਸੀ ਪੰਜਾਬ ਦੇ ਲਈ, ਉਸ ਚੀਜ਼ 'ਤੇ ਆਪਾਂ ਖਰੇ ਉਤਰੀਏ। ਸਾਡੇ ਹਲਕੇ ਜ਼ਿਲ੍ਹੇ ਦੇ ਮੈਂ ਕਹਾਂਗੀ ਜੰਪਲ ਨੇ, ਸਾਡੇ ਮੁਕਤਸਰ ਦੀ ਧਰਤੀ ਤੋਂ ਨੇ, ਔਰ ਉਹ ਜੋ ਯੋਧਿਆਂ ਵਾਲਾ ਖੂਨ ਸੀ ਨਾ, ਉਹ ਬਾਈ ਸੱਚਮੁੱਚ ਸਾਬਤ ਕਰ ਗਿਆ ਕਿ ਮੈਂ ਪੰਜਾਬ ਦਾ ਇੱਕ ਅਣਖੀ ਯੋਧਾ ਸੀ। ਪਰ ਸਵਾਲ ਫਿਰ ਹੀ ਖੜਾ ਹੋ ਜਾਂਦਾ ਹੈ ਕਿ ਅਸੀਂ ਸਿਰਫ ਬਰਸ਼ੀਆਂ 'ਤੇ ਇਕੱਠੇ ਹੋ ਲਏ, ਇੱਕ ਦਿਨ ਸ਼ਸ਼ਕਾਰ 'ਤੇ ਜਾਏ, ਅੱਗੇ ਅਸੀਂ ਪੰਜਾਬੀ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਾਂ? ਕਿਉਂਕਿ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ। ਜਿਸ ਵਿਅਕਤੀ ਨੇ ਹਲੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਸੀ ਸਾਡਾ ਪੰਜਾਬ, ਕਿਉਂਕਿ ਬੜੀਆਂ ਪਲੈਨਿੰਗਸ ਦੇ ਨਾਲ ਇਸ ਸਰਕਾਰਾਂ ਦੀਆਂ ਅੱਜ ਦੀਆਂ ਨਹੀਂ ਪੁਰਾਣੀਆਂ ਪਲੈਨਿੰਗਾਂ ਚੱਲ ਰਹੀਆਂ ਨੇ ਪੰਜਾਬ ਨੂੰ ਖਤਮ ਕਰਨ ਦੀਆਂ। ਦੇਖੋ ਉਹਨਾਂ 'ਤੇ ਕਿੰਨੇ ਇਲਜ਼ਾਮ ਲਗਾਏ ਗਏ, ਫਿਰ ਵੀ ਉਸ ਵਿਅਕਤੀ ਨੇ ਹਿੰਮਤ ਨਹੀਂ ਹਾਰੀ, ਉਸ ਵਿਅਕਤੀ ਨੇ ਹੌਸਲਾ ਨਹੀਂ ਹਾਰਿਆ। ਜੇਲ੍ਹ ਦੇ ਵਿੱਚ ਧੱਕਿਆ ਗਿਆ, ਕਿੱਡਾ ਵੱਡਾ ਟੌਰਚਰ ਉਸ ਬੰਦੇ ਨੂੰ ਸਹਿਣਾ ਪਿਆ, ਫਿਰ ਵੀ ਉਹ ਦ੍ਰਿੜਤਾ ਦੇ ਨਾਲ। ਤੁਸੀਂ ਕਦੇ ਵੀ ਦੇਖੋ ਉਹਨਾਂ ਦੇ ਚਿਹਰੇ 'ਤੇ ਕਦੇ ਕੋਈ ਸ਼ਿਕਨ ਨਹੀਂ ਦੇਖਣ ਨੂੰ ਮਿਲੀ ਸੀ, ਹਮੇਸ਼ਾ ਇੱਕ ਸਮਾਈਲੀ ਫੇਸ ਦੇ ਨਾਲ ਪੰਜਾਬ ਦੀ ਗੱਲ ਕਰਨੀ। ਜੋ ਮਤਲਬ ਜੋ ਬੋਲਣ ਦਾ ਲਹਿਜ਼ਾ ਸੀ ਨਾ, ਮੈਂ ਸੁਣਦੀ ਸੀ ਬਾਈ ਨੂੰ, ਬਟ ਬਹੁਤ ਸਾਰੇ ਚਲੋ ਉਹਨਾਂ ਦੀਆਂ ਸਪੀਚ ਮਿਸ ਹੋ ਜਾਂਦੀਆਂ ਸਨ। ਮੈਂ ਕੱਲ ਉਹਨਾਂ ਦੀਆਂ ਸਾਰੀਆਂ ਸੁਣੀਆਂ ਕਿ ਉਹਨਾਂ ਨੇ ਕੀ ਗੱਲਾਂ ਕੀਤੀਆਂ। ਕੱਲ ਇੱਕ ਉਹਨਾਂ ਦੀ ਪੋਸਟ ਨਵਜੋਤ ਸੀਗੀ ਜਿਹਦੇ ਵਿੱਚ ਕਈ ਵਾਰੀ ਨਾ ਇਨਸਾਨ ਨੂੰ ਆਪਣੇ ਆਉਣ ਵਾਲੇ ਸਮੇਂ ਦੀ ਇੰਟਿਊਸ਼ਨ ਵੀ ਹੋ ਜਾਂਦੀ ਹੈ ਨਾ। ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਵੀ ਮੈਂ ਕਿਸੇ ਸੜਕ ਹਾਦਸੇ ਦੇ ਵਿੱਚ ਵੀ ਜਾ ਸਕਦਾ, ਤਾਂ ਤੁਸੀਂ ਦੇਖੋ ਵੀ ਉਹਨਾਂ ਦੀ ਡੈਥ ਉੱਥੇ ਹੋਈ ਜਿੱਥੇ ਉਹ ਕੁਝ ਸਮੇਂ ਪਹਿਲਾਂ ਧਰਨੇ 'ਤੇ ਬੈਠੇ ਸੀਗੇ, ਕੁੰਡਲੀ ਬਾਰਡਰ ਦੇ ਕੋਲੇ। ਅਤੇ ਇਹ ਇੱਕ ਬਹੁਤ ਵੱਡਾ, ਜਿਹਨੂੰ ਕਹਿੰਦੇ ਨੇ ਕਿ ਪੰਜਾਬ ਦੇ ਲਈ ਘਾਟਾ ਹੈ, ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ, ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਦੋਂ ਇਹ ਨਿਊਜ਼ ਆਈ, ਆਈ ਥਿੰਕ ਕੋਈ ਵੀ ਅਜਿਹਾ ਬੰਦਾ ਨਹੀਂ ਹੋਣਾ ਜਿਹੜਾ ਸ਼ੌਕਡ ਨਾ ਹੋ ਗਿਆ ਹੋਵੇ। ਮੈਂ ਕਿਹਾ ਨਾ, ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀਗਾ। ਜਦੋਂ ਇਹ ਨਿਊਜ਼ ਆਈ, ਬੜੇ ਫੋਨ ਕਾਲਸ ਆਉਣੇ ਸ਼ੁਰੂ ਹੋ ਗਏ ਕਿ ਇਹ ਗੱਲ ਸੱਚ ਹੈ ਜਾਂ ਝੂਠ ਹੈ। ਖੁਦ ਨੂੰ ਵੀ ਇਹ ਸੀ ਕਿ ਕਿਸੇ ਬੰਦੇ ਤੋਂ ਕਨਫਰਮ ਕੀਤਾ ਜਾਵੇ ਇਹ ਗੱਲ ਹੈ ਕਿ ਨਹੀਂ ਆ, ਹੈ ਨਾ। ਅਤੇ ਐਂਡ ਤੁਸੀਂ ਕਿਹਾ ਕਿ ਉਹਨਾਂ ਨੇ ਇੱਕ ਪੋਸਟ ਆਪਦੀ ਪਾਈ ਹੋਈ ਸੀ, ਉਹਨੂੰ ਕੀ ਕਿਹਾ ਜਾਵੇ? ਹੋ ਸਕਦਾ ਕਹਿੰਦੇ ਹੁੰਦੇ ਬੰਦੇ ਨੂੰ ਆਪਦਾ ਪਤਾ ਚੱਲ ਜਾਂਦਾ ਹੈਗਾ, ਹੈ ਨਾ, ਪਰ ਫਿਰ ਵੀ ਉਹਨਾਂ ਦੀ ਜੋ ਮੈਂ ਕਹਾਂਗੀ ਇਸ ਦੁਨੀਆ ਤੋਂ ਚਲੇ ਜਾਣਾ ਬੜੇ ਸਵਾਲ ਖੜੇ ਕਰਕੇ ਜਾਂਦਾ ਹੈ। ਐਕਸੀਡੈਂਟ ਜਾਂ ਕੋਈ ਸਾਜ਼ਿਸ਼? ਇਸ ਚੀਜ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ। ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਨਵਜੋਤ, ਕਿ ਜਿਹੜਾ ਉਹ ਜਿਸ ਦੇ ਵਿੱਚ ਉਹ ਜੋ ਵੀ ਟਰਾਲੀ ਸੀ ਜਾਂ ਉਹ ਟਰੈਕਟਰ ਸੀ, ਵਾਟ ਐਵਰ, ਜਾਂ ਕੋਈ ਟਰੱਕ ਸੀ, ਉਹਦੇ ਵਿੱਚ ਉਹ ਕਹਿੰਦੇ ਚੱਲ ਰਿਹਾ ਸੀ, ਮੂਵਿੰਗ ਸੀਗਾ, ਪੋਜੀਸ਼ਨ 'ਚ ਸੀ, ਉਹ ਖੜਾ ਨਹੀਂ ਸੀ,
ਖੜੇ 'ਚ ਨਹੀਂ ਸੀ ਵੱਜੀ। ਸੋ ਉਹਨਾਂ ਦੀ ਜਿਹੜੀ ਸਾਥੀ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਫਰੈਂਡ ਸੀ, ਉਹਦੀ ਇਹ ਸਟੇਟਮੈਂਟ ਆਈ ਹੈ ਅੱਜ ਹੀ ਲੇਟੈਸਟ। ਦੇਖੋ ਹਾਂ ਬਿਲਕੁਲ ਬੜੇ ਸਵਾਲ ਖੜੇ ਹੋ ਰਹੇ ਨੇ ਨਾ, ਕਿਥੇ ਕਹਿੰਦੇ ਕਿ ਟਰੱਕ ਖੜਾ ਹੋਇਆ ਸੀ ਬਾਈ ਦੀਪ ਸਿੱਧੂ ਦੀ ਗੱਡੀ ਤੇ ਬ੍ਰੇਕ ਕਾਫੀ ਮਤਲਬ ਸਕੇਟ ਮਾਰਕਸ ਦੇਖਣ ਨੂੰ ਮਿਲੇ ਨੇ ਹਨਾ। ਐਂਡ ਫਿਰ ਕਹਿ ਰਹੇ ਨੇ ਕਿ ਜਿਸ ਪੋਜੀਸ਼ਨ ਦੇ ਵਿੱਚ ਕਾਰ ਸੀ ਜਾਂ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਜਾਂ ਜਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਉਸ ਤਰ੍ਹਾਂ ਦੇ ਉਹਨਾਂ ਦੀ ਬੋਡੀ ਤੇ ਮਾਰਕਸ ਹੀ ਨਹੀਂ ਮਿਲੇਗੇ। ਸੋ ਇਹ ਚੀਜ਼ਾਂ ਬੜੀਆਂ ਸਵਾਲ ਖੜੇ ਕਰ ਜਾਂਦੀਆਂ ਨੇ, ਕਿਉਂਕਿ ਇੱਕ ਵਿਅਕਤੀ ਜੋ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਉਹ ਸਰਕਾਰਾਂ ਦੀ ਏਜੰਸੀਆਂ ਦੀ ਨਜ਼ਰ ਦੇ ਵਿੱਚ ਹਮੇਸ਼ਾ ਰੜਕੇਗਾ, ਕਿਉਂਕਿ ਸਾਡੇ ਸਾਰੀਆਂ ਸਰਕਾਰਾਂ ਮੈਂ ਕਹਾਂਗੀ ਸਾਡੇ ਪੰਜਾਬੀਆਂ ਤੋਂ ਡਰਦੀਆਂ ਨੇ। ਇਹਨਾਂ ਨੂੰ ਪਤਾ ਹੈ ਕਿ ਇਕਲੌਤੀ ਕੌਮ ਹੈ ਜਿਹੜੀ ਆਪਦੇ ਹੱਕਾਂ ਲਈ ਸਭ ਤੋਂ ਪਹਿਲਾਂ ਖੜੀ ਹੋਏਗੀ, ਲੜੇਗੀ ਤੇ ਆਪਦੇ ਹੱਕ ਲੈ ਕੇ ਰਹੇਗੀ। ਅਸੀਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਹਾਂ, ਕਹਿੰਦੇ ਹੁੰਦੇ ਸੀ ਮੋਦੀ ਕਿਸੇ ਤੋਂ ਝੁਕਦਾ ਨਹੀਂ ਆ, ਬਟ ਅਸੀਂ ਝੁਕਾ ਕੇ ਆਏ ਹਾਂ, ਅਸੀਂ ਆਪਦੇ ਹੱਕ ਲੈ ਕੇ ਆਏ ਹਾਂ। ਪਰ ਮੈਂ ਤੁਹਾਡੇ ਨਾਲ ਇੰਟਰਵਿਊ ਕਰਤਾ ਰਹੀ ਹਾਂ, ਪਰ ਮੈਨੂੰ ਨਾ ਔੜ ਨਹੀਂ ਰਿਹਾਗਾ ਕਿ ਮੈਂ ਕੀ ਜਵਾਬ ਦੇਵਾਂ। ਗੱਲਾਂ ਉੱਥੇ ਆ ਕੇ ਖੜ ਜਾਂਦੀਆਂ ਨੇ ਕਿ ਹੁਣ ਬਾਈ ਦੀ ਸੋਚ ਜਿਉਂਦੀ ਇੱਕ ਰੱਖਣੀ ਵਾਰੀ ਉਹ ਜਜ਼ਬਾਤੀ ਵੀ ਬਹੁਤ ਸੀਗੇ, ਬਹੁਤ ਇਮੋਸ਼ਨਲ ਸੀਗੇ। ਜਦੋਂ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਆਪਾਂ ਵਾਪਸ ਮੁੜ ਚੱਲੋ, ਤਾਂ ਉਦੋਂ ਕਿੰਨੇ ਸਵਾਲ ਉਹਨਾਂ ਦੇ ਉੱਪਰ ਖੜੇ ਹੋਏ, ਕਿੰਨਾ ਕਿਹਾ ਵੀ ਇਹ ਰਲਿਆ ਹੋਇਆ ਹੈ, ਮਿਲਿਆ ਹੋਇਆ ਹੈ, ਬੜੇ ਉਹਨਾਂ ਦੇ ਉੱਪਰ ਜਿਹੜੇ ਸੀਗੇ ਇਲਜ਼ਾਮ। ਹਾਲਾਤ ਹੀ ਇਦਾਂ ਦੇ ਬਣਾ ਦਿੱਤੇ ਜਾਂਦੇ ਨੇ। ਇੱਕ ਵਿਅਕਤੀ ਲੜ ਰਿਹਾ ਆਪਦੇ ਤਨੋਂ ਮਨੋਂ ਤਨੋਂ ਹਰ ਪੱਖ ਤੋਂ ਮਜ਼ਬੂਤ ਹੋ ਕੇ ਲੜ ਰਿਹਾ, ਜਦੋਂ ਤੁਸੀਂ ਉਸ ਬੰਦੇ ਨੂੰ ਤੋੜਨ ਦੀਆਂ ਹੀ ਕੋਸ਼ਿਸ਼ਾਂ ਕਰ ਰਹੇ ਹੋ, ਗੱਦਾਰ ਕਹਿਤਾ, ਵਿਕਾਊ ਕਹਿਤਾ, ਬੀਜੇਪੀ ਦੇ ਨਾਲ ਜੋੜਤਾ, ਏਜੰਸੀਆਂ ਦਾ ਬੰਦਾ ਕਹਿਤਾ, ਇੱਕ ਬੰਦਾ ਕਿੰਨਾ ਚਿਰ ਟੋਲਰੇਟ ਕਰ ਸਕਦਾ ਹੈ? ਤੁਸੀਂ ਈਵਨ ਦੈਟ ਉਹਨਾਂ ਦੀ ਫੈਮਿਲੀ ਨੂੰ ਵੀ ਨਹੀਂ ਛੱਡ ਰਹੇਗੇ, ਕਮੈਂਟਸ ਦੇ ਜ਼ਰੀਏ ਉਹਨਾਂ ਨੂੰ ਵੀ ਟਾਰਗੇਟ ਕਰ ਰਹੇ ਹੋ। ਬੰਦੇ ਦਾ ਮਨ ਟੁੱਟ ਜਾਂਦਾ, ਉੱਥੇ ਜਾ ਕੇ ਬਾਈ ਦਾ ਮਨ ਵੀ ਡੋਲਿਆ ਹੋਵੇਗਾ, ਬਟ ਫਿਰ ਵੀ ਉਸ ਬੰਦੇ ਨੇ ਖੁਦ ਨੂੰ ਸਮਝਾਇਆ ਕਿ ਨਹੀਂ, ਇਹ ਲੜਾਈ ਨਾ ਹਲੇ ਸ਼ੁਰੂ ਹੋਈ ਹੈ। ਜਿਸ ਦਿਨ ਮੇਰੇ ਯਾਦ ਹੈ ਮੇਰੀ ਵੀਰੇ ਨਾਲ ਗੱਲ ਹੋਈ ਸੀ ਨਾ, ਮੈਨੂੰ ਬਾਈ ਨੇ ਕਿਹਾ ਸੀ ਨਵਜੋਤ ਲੜਾਈ ਹਲੇ ਸ਼ੁਰੂ ਹੋ ਰਹੀ ਹੈ ਬੱਚੇ, ਬਹੁਤ ਲੰਬੀ ਚੱਲਣੀ ਆ, ਇਹ ਸਾਡੀ ਪੰਜਾਬ ਦੀ ਲੜਾਈ ਹੈ, ਸਾਡੀ ਕੌਮ ਨੂੰ ਬਚਾਉਣ ਦੀ ਲੜਾਈ ਹੈ, ਅਸੀਂ ਆਪਦਾ ਵਜੂਦ ਬਚਾ ਕੇ ਰੱਖਣਾ। ਇਹਨਾਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡਣੀ ਕਿ ਸਾਨੂੰ ਖਤਮ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦੀ ਜੋ ਮੈਂ ਸਮਝ ਸੀ ਨਾ, ਉਹ ਹਰ ਇੱਕ ਚੀਜ਼ ਨੂੰ ਵਾਚ ਕਰ ਰਹੇ ਸੀ ਕਿ ਜੇ ਸਾਡੇ ਬੱਚੇ ਅੱਜ ਵਿਦੇਸ਼ਾਂ ਦੇ ਵਿੱਚ ਜਾ ਰਹੇ ਨਾ ਆਇਲਸ ਕਰਕੇ, ਅਸੀਂ ਪੰਜਾਬੀ ਲੋਕ ਤਾਂ ਸੋਚ ਰਹੇ ਹਾਂ ਸਾਡੇ ਕੋਲ ਇੱਥੇ ਰੁਜ਼ਗਾਰ ਨਹੀਂ, ਅਸੀਂ ਤਾਂ ਜਾ ਰਹੇ ਹਾਂ, ਬਟ ਇਹ ਬਹੁਤ ਵੱਡੀ ਪਲੈਨਿੰਗ ਦੇ ਨਾਲ ਹੋ ਰਿਹਾ ਨੌਜਵਾਨਾਂ ਨੂੰ ਇੱਥੇ ਕੱਢਣ ਦਾ। ਬਹੁਤ ਲੋਕ ਇਸ ਚੀਜ਼ ਨੂੰ ਸਮਝਦੇ ਆ। ਨਸ਼ੇ ਤੇ ਪੰਜਾਬੀ ਲਗਾਏ ਗਏ ਨੇ, ਕਿਹਾ ਜਾਂਦਾ ਪਾਕਿਸਤਾਨ ਤੋਂ ਨਸ਼ਾ ਆਉਂਦਾ, ਨਹੀਂ, ਪਾਕਿਸਤਾਨ ਦੇ ਲੋਕ ਸਾਡੇ ਤੋਂ ਫਿਰ ਵਧੇਰੇ ਨਸ਼ਾ ਕਰਦੇ ਹੁੰਦੇ, ਉਹ ਤਾਂ ਕਹਿੰਦੇ ਆ ਸਾਡੇ ਤਾਂ ਨਸ਼ਾ ਹੈ ਹੀ ਨਹੀਂ ਆ। ਇੱਥੋਂ ਦੀਆਂ ਸਰਕਾਰਾਂ ਦੁਆਰਾ ਇੱਕ ਪਲਾਨ ਇਹ ਚੀਜ਼ ਹੈ ਕਿ ਇਸ ਪੰਜਾਬ ਦੀ ਧਰਤੀ ਨੂੰ, ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ, ਇਸ ਨੂੰ ਖਤਮ ਕੀਤਾ ਜਾਵੇ, ਕਿਉਂਕਿ ਜੇ ਇਹ ਧਰਤੀ ਇੱਦਾਂ ਹੀ ਰਹੀ ਨਾ, ਇੱਥੇ ਯੋਧੇ ਜੰਮਦੇ ਰਹਿਣਗੇ ਜੋ ਆਪਦੇ ਹੱਕਾਂ ਦੀ ਗੱਲ ਕਰਨਗੇ, ਜੋ ਆਪਦੀ ਕੌਮ ਲਈ ਲੜਨਗੇ। ਐਂਡ ਉਹਨਾਂ ਚੀਜ਼ਾਂ ਤੋਂ ਇਹ ਸਰਕਾਰਾਂ, ਇਹ ਏਜੰਸੀਆਂ ਡਰਦੀਆਂ ਨੇ। ਦੇਖੋ ਉੱਥੇ ਪੰਜਾਬ ਦਾ ਲੱਖਾਂ ਬੰਦਾ ਆਇਆ ਹੋਇਆ ਸੀਗਾ, ਤੁਸੀਂ ਇੱਕ ਆਪਦੇ ਜੋ ਤੁਹਾਡੇ ਨਾਲ ਗਏ ਤੁਸੀਂ ਉਹਨੂੰ ਲੱਭ ਨਹੀਂ ਸਕਦੇ ਸੀ, ਇੰਨੀ ਜ਼ਿਆਦਾ ਭੀੜ ਸੀ। ਹਰ ਇੱਕ ਵਿਅਕਤੀ ਉੱਥੇ ਜਜ਼ਬਾਤੀ ਹੋ ਕੇ ਆਇਆ ਸੀ, ਦਿਲੋਂ ਆਇਆ ਸੀ, ਇਮੋਸ਼ਨਸ ਦੇ ਕਰਕੇ ਆਇਆ ਸੀਗਾ। ਮੈਂ ਵੇਖਿਆ ਮੇਰੇ ਭਰਾ, ਮੇਰੀਆਂ ਭੈਣਾਂ ਦੀਪ ਬਾਈ ਦੀ ਫੋਟੋਆਂ ਲੈ ਲੈ ਕੇ ਕੋਠਿਆਂ ਤੇ ਖੜੀਆਂ ਹੋਈਆਂ ਸੀ, ਜੋ ਉੱਥੇ ਨਾਰੇ ਲੱਗੇ ਦੀਪ ਬਾਈ ਦੇ ਨਾਮ ਦੀਆਂ ਹੋਰ ਨਾਰੇ ਲੱਗੇ। ਦੇਖੋ ਹਰ ਇੱਕ ਬੰਦਾ ਆਪਦੀ ਭਾਵਨਾ ਤੋਂ ਲਾ ਰਿਹਾ ਸੀਗਾ, ਹਰ ਇੱਕ ਬੰਦੇ ਦੇ ਦਿਲ ਦੇ ਵਿੱਚ ਜੋ ਵਿਚਾਰ ਸੀ ਉਹਨਾਂ ਨੂੰ ਸਾਹਮਣੇ ਰੱਖ ਰਿਹਾ ਸੀਗਾ। ਮੈਂ ਤਾਂ ਇਹੀ ਕਹਾਂਗੀ ਆਇਆ ਹਰ ਇੱਕ ਵਿਅਕਤੀ ਉੱਥੇ ਰਿਸਪੈਕਟ ਦੇ ਨਾਲ ਸੀਗਾ, ਬਾਈ ਦੇ ਲਈ ਮਨ ਦੇ ਵਿੱਚ ਆਦਰ ਲੈ ਕੇ ਆਇਆ ਸੀ। ਬਿਲਕੁਲ ਨਵਜੋਤ, ਇਹ ਵੀ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਲਾਸਟ ਕੈਂਪੇਨਿੰਗ ਤੇ ਜਾਂ ਰੂਬਰੂ ਜਿਹੜਾ ਉਹ ਹੋਏ ਸੀ ਲੋਕਾਂ ਦੇ ਨਾਲ ਵੱਡੀ ਤਾਦਾਦ ਦੇ ਵਿੱਚ, ਉਹ ਸਿਮਰਨਜੀਤ ਮਾਨ ਦੀ ਕਨਵੈਂਸਿੰਗ ਦੇ ਦੌਰਾਨ ਹੋਏ ਸੀਗੇ। ਸੋ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਅਖੀਰੀ ਖੁਆਇਸ਼ ਸੀਗੀ ਇਹ ਕਿ ਸਿਮਰਨਜੀਤ ਮਾਨ ਨੂੰ ਜਿਤਾਇਆ ਜਾਵੇ। ਇੱਕ ਵੀਡੀਓ ਵੀ ਬੜਾ ਉਹਨਾਂ ਦਾ ਵਾਇਰਲ ਹੋ ਰਿਹਾ ਜਿਹਦੇ ਵਿੱਚ ਇੱਕ ਹੱਥ 'ਚ ਉਹ ਝਾੜੂ ਚੱਕੇ ਹੋਏ ਨੇ, ਇੱਕ ਹੱਥ ਦੇ ਵਿੱਚ ਤਲਵਾਰ ਉਹਨਾਂ ਦੇ ਫੜੀ ਹੋਈ ਹੈ। ਸੋ ਇਹ ਕਹਿ ਰਹੇ ਕਿ ਸਾਡੇ ਗੁਰੂਆਂ ਨੇ ਸਾਨੂੰ ਕਿਰਪਾਨ ਦਿੱਤੀ ਹੈ, ਝਾੜੂ ਨਹੀਂ। ਸੋ ਕੀ ਕਹਿਣਾ ਚਾਹੋਗੇ ਇਸ ਤੁਸੀਂ ਸਟੇਟਮੈਂਟ ਨੂੰ ਕਿੱਦਾਂ ਦੇਖਦੇ ਹੋ? ਦੇਖੋ ਬਾਈ ਨੇ ਜਿੰਨੀਆਂ ਵੀ ਕੰਪੇਨਸ ਕੀਤੀਆਂ ਉਹਨਾਂ ਦਾ ਮਕਸਦ ਇੱਕੋ ਸੀ, ਲੋਕਾਂ ਨੂੰ ਜਾਗਰੂਕ ਕਰਵਾਇਆ ਜਾਵੇ ਆਪਦੇ ਹਿੱਤਾਂ ਦੇ ਲਈ। ਐਂਡ ਤੁਸੀਂ ਉਹਨਾਂ ਦੀ ਵਿਸ਼ ਦੀ ਗੱਲ ਕੀਤੀ, ਕੱਲ੍ਹ ਮੈਂ ਕਿਹਾ ਕਿ ਸਾਡੇ ਪ੍ਰੋਗਰਾਮ ਸੀਗੇ ਬਾਈ ਜੀ ਨਾਲ ਕੰਪੇਨਿੰਗ ਇਕੱਠਿਆਂ ਦੀ, ਬਟ ਜਦੋਂ ਪਤਾ ਲੱਗਦਾ ਤਾਂ ਮੈਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨਾਲ ਹੀ ਸੀ ਗੱਲ, ਤਾਂ ਉਹ ਸਾਰੀ ਕੰਪੇਨ ਜਿਹੜੀ ਕੈਂਸਲ ਕਰ ਦਿੱਤੀ ਜਾਂਦੀ ਆ। ਐਂਡ ਸਭ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਅਹਿਮਦਗੜ੍ਹ ਦੇ ਵਿਖੇ ਬਾਈ ਜੀ ਦੇ ਲਈ ਅਰਦਾਸ ਵੀ ਕਰਵਾਈ ਗਈ ਸੀਗੀ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਅੰਤਿਮ ਸੰਸਕਾਰ 'ਤੇ ਗਏ ਐਂਡ ਸਾਰੇ ਕੱਲ੍ਹ ਕੈਂਸਲ ਸੀਗੇ, ਬਟ ਬਾਈ ਦੀ ਜੋ ਵਿਸ਼ ਸੀਗੀ ਕਿ
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਣ ਐਂਡ ਫਿਰ ਉੱਥੇ ਉਹਨਾਂ ਦੀ ਫੈਮਿਲੀ ਮੈਂਬਰਸ ਨੇ ਵੀ ਕਿਹਾ ਕਿ ਇਹ ਦੀਪ ਬਾਈ ਦੀ ਆਖਰੀ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਵਿਸ਼ ਸੀਗੀ ਇਸ ਵਾਰ ਦੀ ਕਿ ਮੈਂ ਇਸ ਵਿਅਕਤੀ ਨੂੰ ਜਿਤਾਉਣਾ, ਤਾਂ ਉਹਦੇ ਕਰਕੇ ਜੋ ਇੱਕ ਕੰਪੇਨ ਪ੍ਰੋਗਰਾਮ ਸੀਗਾ ਲਾਸਟ ਤੇ ਉਹਨਾਂ ਦੇ ਪਰਿਵਾਰ ਦੇ ਕਹਿਣ ਤੇ ਕਿ ਮਾਨ ਸਾਹਿਬ ਦੀ ਕੰਪੇਨ ਨਹੀਂ ਰੁਕਣੀ ਚਾਹੀਦੀ ਗੀ, ਇਹ ਵੀਰੇ ਦੀ ਵਿਸ਼ ਸੀ, ਤਾਂ ਇੱਕ ਉਹ ਰੈਲੀ ਵੀ ਕੀਤੀ ਗਈ ਐਂਡ ਇੱਕ ਕੈਂਡਲ ਮਾਰਚ ਵੀ ਉੱਥੇ ਕੱਢਿਆ ਗਿਆ। ਸੋ ਅਸੀਂ ਤਾਂ ਇਹੀ ਕਹਾਂਗੇ, ਭਾਵੇਂ ਸਾਡੇ ਕੋਲ ਅੱਜ ਦਾ ਦਿਨ ਹੈ, ਇੱਕ ਕੱਲ ਦਾ ਦਿਨ ਰਹਿ ਗਿਆ, ਅਸੀਂ ਆਪਦੇ ਵੱਲੋਂ ਜੋ ਵੀਰ ਦਾ ਮਕਸਦ ਸੀਗਾ, ਉਹਨਾਂ ਦੀ ਵਿਸ਼ ਸੀਗੀ, ਉਹ 'ਤੇ ਪੂਰੀ ਕੋਸ਼ਿਸ਼ ਕਰਾਂਗੇ, 100% ਤੋਂ ਵੀ ਵੱਧ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੀ ਵਿਸ਼ ਪੂਰੀ ਕਰ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਬਹੁਤ ਵੱਡੀ ਲੀਡ ਦੇ ਨਾਲ ਉੱਥੋਂ ਜਿੱਤਣ, ਇਹੀ ਮੈਨੂੰ ਲੱਗਦਾ ਦੀਪ ਬਾਈ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ। ਐਂਡ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨਾ ਵੀ ਆਪਾਂ ਦੀਪ ਬਾਈ ਦੇ ਲਈ ਜਾਂ ਜੋ ਉਹਨਾਂ ਦੀ ਵਿਸ਼ ਸੀ ਜਾਂ ਮਾਨ ਸਾਹਿਬ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਉਹਨਾਂ ਦੇ ਲਈ ਆਪਾਂ ਜਿੰਨਾ ਵੀ ਕਰ ਸਕੀਏ ਕਰਾਂਗੇ, ਕਿਉਂਕਿ ਇਹ ਹਰ ਇੱਕ ਪੰਜਾਬੀ ਦਾ ਅੱਜ ਫਰਜ਼ ਬਣਦਾ। ਸਾਡੀ ਕੌਮ ਦੇ ਕੋਲ ਕਿੰਨੇ ਕੁ ਅਜਿਹੇ ਆਗੂ ਰਹਿ ਗਏ ਜਿਹੜੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੀਡ ਕਰਨਗੇ। ਦੀਪ ਬਾਈ ਉਹਨਾਂ ਦੇ ਵਿੱਚੋਂ ਇੱਕ ਅਜਿਹਾ ਆਗੂ ਸੀ ਜਿਹਨੇ ਸਾਡੀ ਕੌਮ ਨੂੰ ਅੱਗੇ ਜਾ ਕੇ ਲੀਡ ਕਰਨਾ ਸੀ, ਪਰ ਰੱਬ ਨੇ ਸਾਡੇ ਤੋਂ ਖੋਹ ਲਿਆ। ਐਂਡ ਜੋ ਹੁਣ ਸਾਡੇ ਕੋਲ ਹੈ ਨਾ, ਸਾਨੂੰ ਸਾਡਾ ਫਰਜ਼ ਬਣਦਾ ਆਪਾਂ ਉਹਨਾਂ ਦਾ ਸਾਥ ਦੇਈਏ। ਸੋ ਇਹ ਸਾਡੇ ਨਾਲ ਨਵਜੋਤ ਕੌਰ ਲੰਬੀ ਸੀ ਅਤੇ ਬੀਤੀ 15 ਤਰੀਕ ਨੂੰ ਸਾਡੇ ਵਿੱਚ ਦੀਪ ਸਿੱਧੂ ਨਹੀਂ ਰਹੇ ਅਤੇ ਦੱਸ ਰਹੇ ਸਨ ਨਵਜੋਤ ਕਿ ਕੱਲ ਯਾਨੀ ਕਿ 16 ਤਰੀਕ ਨੂੰ ਕੈਂਪੇਨਿੰਗ ਸੀ ਇਹਨਾਂ ਦੀ ਇਕੱਠਿਆਂ ਦੀ, ਦੀਪ ਸਿੱਧੂ ਅਤੇ ਨਵਜੋਤ ਕੌਰ ਲੰਬੀ ਦੀ ਕੈਂਪੇਨਿੰਗ ਸੀ, ਪਰ ਕਾਇਨਾਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੱਲ ਕੈਂਪੇਨਿੰਗ ਨਹੀਂ, ਸੰਸਕਾਰ ਹੋਇਆ ਦੀਪ ਸਿੱਧੂ ਦਾ, ਜੋ ਕਿ ਬਹੁਤ ਮੰਦਭਾਗਾ ਸਾਰੀ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਇਹ। ਦੀਪ ਸਿੱਧੂ ਪੰਜਾਬ ਦੇ ਦਰਦ ਸਮਝਣ ਵਾਲੇ ਹਰ ਇੱਕ ਵਾਸੀ ਦੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਅਤੇ ਦੀਪ ਸਿੱਧੂ ਆਪਣੀ ਅਮਿੱਟ ਛਾਪ ਛੱਡ ਗਏ ਨੇ। ਔਰ ਤੋਂ ਪ੍ਰੋ ਪੰਜਾਬ ਟੀਵੀ ਦੇ ਲਈ ਆਕਾਂਕਸ਼ਾ ਸਕਸੈਨਾ।